श्री वाहिगुरु साहिब जीओ। धनासरी महला पहला। जियो तपत है बारो बार, तप तप खपै बहुत बेकार। जय तन बानी विसर जाए, ज्यों पक्का रोगी विल लाए। जियो तपत है बारो बार, तप तप खपै बहुत बेकार। जय तन बानी विसर जाए, ज्यों पक्का रोगी विल लाए। बहुता बोलन झखन होए, विन बोले जानै सब सोए रहाओ। जिन कन कीते अखी नाक, जिन जिहवा दिती बोले तात। जिन मन राख्या अग्नि पाए, वाजै पवन आखै सब जाए। जेता मोह प्रीत स्वाद, सब्बा कालख दागा दाग। दाग दोष मोह चलिया लाए, दरगह बैसन नाही जाए। कर्म मिलै आखन तेरा नाम, जित लग तरना होर नाही थां। जे को डूबै फिर होवै सार, नानक साचा सर्व दातार। कर्म मिलै आखन तेरा नाम, जित लग तरना होर नहीं थाओ। जे को डूबै फिर होवै सार, नानक साचा सर्व दातार। वाहिगुरु जी का खालसा, वाहिगुरु जी की फतेह। धन धन साहिब श्री गुरु ग्रंथ साहिब जी महाराज जी ਦੇ पावन पवित्र ਹੁਕਮਨਾਮੇ ਨੂੰ ਅੱਜ ਆਪਾਂ ਨੇ ਸਰਵਣ ਕੀਤਾ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਸ਼ਬਦ ਦੀ ਵਿਚਾਰ ਮਹਾਰਾਜ ਆਪ ਹੀ ਕਰਾਉਣ। ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਘਟ ਬੈਠੇ ਇਸ ਸਰੀਰ ਦੇ ਮਹਿਲ ਵਿੱਚ, ਜਿਹਦੇ ਨਾਲ ਨਾਨਕ ਸੱਚੇ ਪਾਤਸ਼ਾਹ ਜੀ ਜੁੜੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਉਸਤਤ ਕਰ ਰਹੇ ਨੇ। ਮਹੱਲਾ ਪਹਿਲਾ। ਨਾਨਕ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਮਾਲਕ ਇਹ ਸ਼ਬਦ ਉਚਾਰਨ ਕਰ ਰਹੇ ਨੇ। ਜਦੋਂ ਆਪਾਂ ਇਹ ਗੱਲ ਕਹੀਏ ਕਿ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਘਟ ਬੈਠੇ ਮਾਲਕ ਸ਼ਬਦ ਉਚਾਰਨ ਕਰ ਰਹੇ ਨੇ, ਇਹਦਾ ਦੋ ਪਾਸੇ ਭਾਵ ਰੱਖਣਾ ਕਿ ਮਾਲਕ ਬੁਲਾ ਰਹੇ ਨੇ ਤਾਂ ਬਾਬੇ ਨਾਨਕ ਬੋਲ ਰਹੇ ਨੇ। ਮਾਲਕ ਨੇ ਨਾਨਕ ਪਾਤਸ਼ਾਹ ਨੂੰ ਬੋਲਿਆ ਤਾਂ ਨਾਨਕ ਪਾਤਸ਼ਾਹ ਅੱਗੇ ਬੋਲੇ। ਮਹਾਰਾਜ ਦਾ ਸ਼ਬਦ ਹੈ, ਕਹਿੰਦੇ ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ। ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਤੁਸੀਂ ਮੈਨੂੰ ਬੁਲਾਉਂਦੇ ਹੋ ਮੈਂ ਤਾਂ ਬੋਲਦਾ। ਇਹ ਮੈਂ ਤਾਂ ਕਿਹਾ ਕਿਉਂਕਿ ਤੁਸੀਂ ਕਹਾਇਆ। ਇਹ ਦੋਨੋਂ ਪਾਸੇ ਬੋਲ ਰਹੇ ਨੇ ਸ਼ਬਦ। ਨਾਨਕ ਪਾਤਸ਼ਾਹ ਤਾਂ ਬੋਲ ਰਹੇ ਨੇ ਕਿਉਂਕਿ ਰੱਬ ਬੁਲਾ ਰਹੇ ਨੇ। ਧਿਆਨ ਰੱਖਣਾ, ਕਿਹਦੇ ਪ੍ਰਤੀ ਬੁਲਾ ਰਹੇ ਨੇ? ਘਟ ਬੈਠੇ ਰੱਬ ਦੇ ਪ੍ਰਤੀ ਮਾਲਕ ਆਪ ਬੁਲਾ ਰਹੇ। ਫਿਰ ਮਾਲਕ ਆਪ ਹੀ ਬੋਲ ਰਹੇ ਨੇ। ਯਾਦ ਰੱਖ, ਦੋਨੋਂ ਪਾਸੇ ਇਸ ਭਾਵ ਨੂੰ ਯਾਦ ਰੱਖਣਾ। ਸੋ ਸ਼ਬਦ ਇੱਥੋਂ ਆਰੰਭ ਹੋ ਰਿਹਾ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਜੀ ਤਪਦਾ, ਔਖਾ ਹੁੰਦਾ ਹੈ, ਮੱਚਦਾ ਹੈ ਅੰਦਰੋਂ, ਤਕਲੀਫ ਵਿੱਚ ਦੀ ਵਿਚਰਦਾ ਹੈ, ਬਾਰ ਬਾਰ ਵਿਚਰਦਾ ਹੈ, ਬਾਰ ਬਾਰ ਤਪਤ ਇਹਦੇ ਹਿਰਦੇ ਵਿੱਚ ਪੈਦਾ ਹੁੰਦੀ ਹੈ। ਮਹਾਰਾਜ ਕਹਿੰਦੇ ਤਪ ਤਪ ਖਪੇ ਬਹੁਤ ਬੇਕਾਰ। ਬੰਦਾ ਜਦੋਂ ਔਖਾ ਹੁੰਦਾ ਤੇ ਫਿਰ ਖਪਦਾ,
ਜੀਵਨ ਦੇ ਵਿੱਚ ਓਨਾ ਹੀ ਝੁਲਸਿਆ ਜਾਂਦਾ ਹੈ। ਐਸੀ ਜੀਵਨ ਦੀ ਅਵਸਥਾ ਬੇਕਾਰ ਹੋ ਜਾਂਦੀ ਹੈ। ਹਮੇਸ਼ਾ ਬੰਦਾ ਜਦੋਂ ਰੱਬ ਤੋਂ ਟੁੱਟਦਾ ਹੈ, ਇਹ ਜੀਵ ਇਹ ਤਪਦਾ ਹੈ, ਤਕਲੀਫ ਵਿੱਚ ਦੀ ਲੰਘਦਾ ਹੈ, ਫਿਰ ਖਪਦਾ ਰਹਿੰਦਾ ਹੈ ਅਤੇ ਜੀਵਨ ਬੇਕਾਰ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਫਿਰ ਮਹਾਰਾਜ ਉੱਤਰ ਦਿੰਦੇ ਨੇ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਕਿ ਇਹ ਕਿਉਂ ਤਪਦਾ ਹੈ, ਕਿਉਂ ਖਪਦਾ ਹੈ, ਜੀਵਨ ਬੇਕਾਰ ਕਿਉਂ ਹੋ ਜਾਂਦਾ ਹੈ? ਕਿਉਂਕਿ ਇਸ ਜੀਵ ਦੇ ਅੰਦਰੋਂ ਘਟ ਬੈਠੇ ਰੱਬ ਦੀ ਬਾਣੀ ਵਿਸਰ ਜਾਂਦੀ ਹੈ। ਘਟ ਬੈਠੇ ਰੱਬ ਦੀ ਬਾਣੀ ਨੂੰ ਬੰਦਾ, ਇਹ ਜੀਵ ਆਪਣੀ ਬਾਣੀ ਕਰਕੇ ਜਨਾਉਂਦਾ ਰਹਿੰਦਾ ਹੈ, ਜਿਹਦੇ ਕਾਰਨ ਬੰਦਾ ਤਪਦਾ ਹੈ ਅਤੇ ਖਪਦਾ ਹੈ ਅਤੇ ਜੀਵਨ ਬੇਕਾਰ ਹੋ ਜਾਂਦਾ ਹੈ। ਸੋ ਸੱਚੇ ਪਾਤਸ਼ਾਹ ਜੀ ਦਾ ਇਸ ਭਾਵ ਨੂੰ ਹਿਰਦੇ 'ਚ ਵਸਾਉਣਾ ਕਿ ਅਸੀਂ ਗੁਰੂ ਮਹਾਰਾਜ ਦੇ ਦਰ 'ਤੇ ਤਾਂ ਆਉਂਦੇ ਹਾਂ ਕਿ ਇਹ ਬਾਣੀ ਸਾਡੇ ਮਨ ਵਿੱਚ ਵਸੇ, ਸਾਡੇ ਮਨ ਵਿੱਚੋਂ ਆਪਣੇ ਭਾਵ ਦੇ ਸ਼ਬਦ ਜੋ ਅਸੀਂ ਆਪ ਬਾਣੀ ਰਾਹੀਂ ਬੋਲਦੇ ਹਾਂ, ਨਿਤਾ ਪ੍ਰਤੀ ਬਾਣੀ ਰਾਹੀਂ ਜੋ ਬੋਲਦੇ ਹਾਂ, ਉਹਦੇ ਵਿੱਚ ਤੱਤ ਗਿਆਨ ਨਹੀਂ ਹੈ, ਆਪਣੇ ਆਪ ਨੂੰ ਜਨਾਉਣ ਦਾ ਗਿਆਨ ਹੈ। ਘਟ ਬੈਠੇ ਰੱਬ ਨੂੰ ਜਨਾਉਣ ਦਾ ਭਾਵ ਖਤਮ ਹੋ ਜਾਂਦਾ ਹੈ। ਸੋ ਐਸਾ ਜੀਵ ਤਪਦਾ ਹੈ ਅਤੇ ਖਪਦਾ ਹੈ ਅਤੇ ਜੀਵਨ ਬੇਕਾਰ ਹੋ ਜਾਂਦਾ ਹੈ। ਸੋ ਇਸ ਬਾਣੀ ਦਾ ਹੀ ਮਹਾਰਾਜ ਨੇ ਪ੍ਰਕਾਸ਼ ਕੀਤਾ ਹੈ, ਜਿਹਦੇ ਵਿੱਚੋਂ ਘਟ ਬੈਠੇ ਰੱਬ ਦੀ ਬਾਣੀ ਆਈ ਅਤੇ ਉਹਨਾਂ ਨੇ ਇਹ ਜੀਵਨ ਦੇ ਵਿੱਚ ਮਹਾਰਾਜ ਦੀ ਕਿਰਪਾ ਸਦਕਾ ਜਾਣਿਆ ਕਿ ਇਹ ਬਾਣੀ ਸਾਡੀ ਨਹੀਂ, ਘਟ ਬੈਠੇ ਰੱਬ ਦੀ ਬਾਣੀ ਹੈ। ਅਤੇ ਉਹ ਬੰਦਾ ਜੀਵਨ ਦੇ ਰੋਗ ਤੋਂ ਬਚਦਾ ਹੈ, ਉਹ ਬੰਦਾ ਜੀਵਨ ਦੇ ਵਿੱਚੋਂ ਤਪਦਾ ਨਹੀਂ ਹੈ ਅਤੇ ਖਪਦਾ ਨਹੀਂ ਹੈ ਅਤੇ ਉਹਦਾ ਜੀਵਨ ਬੇਕਾਰ ਨਹੀਂ ਹੁੰਦਾ। ਇਸ ਵਾਸਤੇ ਮਹਾਰਾਜ ਨੇ ਬਾਣੀ ਦਾ ਪ੍ਰਕਾਸ਼ ਕੀਤਾ ਹੈ ਘਟ ਬੈਠੇ ਰੱਬ ਦੀ। ਜਿਨ੍ਹਾਂ ਵਿੱਚੋਂ ਘਟ ਬੈਠੇ ਰੱਬ ਦੀ ਬਾਣੀ ਆਈ, ਮਹਾਰਾਜ ਨੇ ਉਸ ਬਾਣੀ ਦਾ ਪ੍ਰਕਾਸ਼ ਕੀਤਾ ਹੈ ਜੀ। ਸੋ ਇਸ ਬਾਣੀ ਨੂੰ ਰੋਜ਼ ਸੁਣੋ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨਲਾਲਚ ਬਿਰਥਾ ਜਨਮ ਪ੍ਰਾਣੀ। ਸੋ ਇਸ ਬਾਣੀ ਨੂੰ ਰੋਜ਼ ਸੁਣਨ ਵਾਸਤੇ ਅਸੀਂ ਦਰਬਾਰ 'ਚ ਆਈਦਾ, ਗੁਰਬਾਣੀ ਨੂੰ ਸੁਣੀਦਾ, ਤਾਂ ਕਿ ਸਾਡਾ ਮਨ ਗੁਰਬਾਣੀ ਵਾਂਗੂ ਜੀਵਨ ਦੇ ਵਿੱਚ ਸਮਝ ਕੇ ਬੋਲਣ ਲੱਗ ਜਾਏ, ਜਿਹਦੇ ਵਿੱਚੋਂ ਸਾਡੀ ਬਾਣੀ ਵਿਸਰ ਜਾਏ। ਹੰਕਾਰ ਦੀ ਬਾਣੀ, ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿਣਾ, ਰੱਬ ਦੇ ਕੀ ਬੋਲਾਏ ਨੂੰ ਆਪਣਾ ਬੋਲਾ ਕਹਿਣਾ, ਇਹ ਵਿਸਰ ਜਾਏ, ਖਤਮ ਹੋ ਜਾਏ। ਇਸ ਵਾਸਤੇ ਹੀ ਅਸੀਂ ਬਾਣੀ ਰੋਜ਼ ਸੁਣਦੇ ਹਾਂ ਅਤੇ ਸਾਡੇ ਮਨ ਨੂੰ ਬਾਣੀ ਬੋਲਣ ਦੀ ਜਾਚ ਆ ਜਾਏ। ਸੋ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਜਿਹਦੇ ਅੰਦਰੋਂ ਐਸੇ ਸਰੀਰ ਦੇ ਵਿੱਚੋਂ ਰੱਬ ਦੀ ਬਾਣੀ ਵਿਸਰ ਜਾਂਦੀ ਹੈ, ਉਹ ਜਾਣੋ ਪੱਕਾ ਰੋਗੀ ਹੋ ਗਿਆ। ਕਹਿੰਦੇ ਉਹ ਹੁਣ ਰੋਗ ਤੋਂ ਨਿਵਰਤ ਨਹੀਂ ਹੋ ਸਕਦਾ ਜੇ ਬਾਣੀ ਦੇ ਨਾਲ ਨਾ ਜੁੜੇ। ਸੋ ਮਹਾਰਾਜ ਤਾਈਓ ਕਹਿੰਦੇ ਨੇ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨਲਾਲਚ ਬਿਰਥਾ ਜਨਮ ਪ੍ਰਾਣੀ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਬਹੁਤਾ ਬੋਲਣ ਝੱਖਣ ਹੋਏ, ਵਿਨ ਬੋਲੇ ਜਾਣੈ ਸਭ ਸੋਏ ਰਹਾਓ। ਕਿਉਂਕਿ ਬਾਣੀ ਵਿਸਰ ਜਾਂਦੀ ਹੈ, ਫਿਰ ਬੰਦਾ ਅਵਲ ਤਵਲ ਬੋਲਦਾ ਹੈ, ਬਹੁਤ ਬੋਲਣ ਲੱਗ ਜਾਂਦਾ ਹੈ। ਧਿਆਨ ਰੱਖਣਾ, ਇਸ ਬਾਣੀ ਦਾ ਇੱਕ ਬਹੁਤ ਸੁੰਦਰ ਇੱਕ ਅਵਸਥਾ ਹੈ ਰੱਬ ਦੀ ਬਾਣੀ ਦਾ। ਕਹਿੰਦੇ ਭਾਈ ਰੱਬ ਦੀ ਬਾਣੀ ਨੂੰ ਰੋਜ਼ ਸੁਣਨ ਨਾਲ ਰੱਬ ਦੀ ਬਾਣੀ ਬੋਲੀ ਜਾਂਦੀ ਹੈ। ਜਦੋਂ ਰੱਬ ਦੀ ਬਾਣੀ ਨਾ ਸੁਣੇ ਤਾਂ ਬੰਦਾ ਹੰਕਾਰੀ ਹੋ ਜਾਂਦਾ ਅਤੇ ਫਿਰ ਬੰਦਾ ਬਹੁਤ ਬੋਲਣ ਲੱਗ ਜਾਂਦਾ ਹੈ। ਉਹ ਫਿਰ ਝੱਖ ਮਾਰਦਾ ਹੈ, ਯਾਨੀ ਆਪਣੇ ਜੀਵਨ ਦੇ ਵਿੱਚ ਆਇਆ ਉਹਦਾ ਬੇਕਾਰ ਹੋ ਜਾਂਦਾ ਹੈ। ਉਹਨੂੰ ਝੱਖ ਮਾਰੀ ਕਹਿੰਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਜੀਵਨ ਵਿੱਚ ਇੰਨਾ ਬੋਲਣ ਲੱਗ ਜਾਂਦਾ ਸਾਡਾ ਮਨ, ਰੱਬ ਨੂੰ ਸਮਝਾਉਣ ਲੱਗ ਜਾਂਦਾ ਹੈ, ਰੱਬ ਨੂੰ ਦੱਸਣ ਲੱਗ ਜਾਂਦਾ ਹੈ, ਜਿਵੇਂ ਰੱਬ ਜਾਣਦੇ ਹੀ ਨਹੀਂ ਹਨ। ਆਏ ਸਾਡਾ ਮਨ ਸਮਝਦਾ ਹੈ। ਸਾਡੇ ਅੰਦਰ ਰੱਬ ਵਸਦੇ ਨੇ,
ਸਾਡੇ ਬੋਲਣ ਤੋਂ ਪਹਿਲਾਂ ਰੱਬ ਜਾਣਦੇ ਨੇ ਕਿ ਅਸੀਂ ਕੀ ਬੋਲਾਂਗੇ। ਅਸੀਂ ਰੱਬ ਨਾਲ ਜੁੜ ਕੇ ਬੋਲ ਰਹੇ ਹਾਂ ਕਿ ਰੱਬ ਤੋਂ ਦੂਰ ਹੋ ਕੇ ਬੋਲ ਰਹੇ ਹਾਂ, ਇਹ ਸਭ ਰੱਬ ਜਾਣਦੇ ਨੇ, ਕਿਉਂਕਿ ਰੱਬ ਹੀ ਆਪਣੇ ਅੰਦਰ ਵਸਦੇ ਨੇ। ਉਹ ਤਾਂ ਨਿਤਾ ਪ੍ਰਤੀ ਸਾਨੂੰ ਦੇਖ ਰਹੇ ਨੇ। ਸਾਡਾ ਮਨ ਜਿੰਨਾ ਰੱਬ ਤੋਂ ਦੂਰ ਹੋ ਕੇ ਬੋਲਦਾ, ਫਿਰ ਸਾਡੇ ਬੋਲਣ ਵਿੱਚ ਝੱਖ ਮਾਰੀ ਹੁੰਦੀ ਹੈ, ਆਪਣੇ ਆਪ ਨੂੰ ਜਨਾਉਣਾ ਹੁੰਦਾ ਹੈ। ਜਿੰਨਾ ਅਸੀਂ ਰੱਬ ਨੂੰ ਨੇੜੇ ਸਮਝ ਕੇ ਬੋਲਦੇ ਹਾਂ, ਉਹਨਾਂ ਫਿਰ ਮਨ ਬੋਲਣੋਂ ਝੱਖ ਮਾਰਨ ਦੀ ਜਿਹੜੀ ਅਵਸਥਾ ਹੈ ਉਹ ਛੁੱਟ ਜਾਂਦੀ ਹੈ। ਬੋਲਣੋਂ ਕਹਿੰਦੇ ਹੰਕਾਰ ਵਿੱਚ ਹਟ ਜਾਂਦਾ ਹੈ। ਫਿਰ ਕਹਿੰਦਾ ਮੈਂ ਨਹੀਂ ਜਾਂ ਬੋਲਦਾ, ਮਹਾਰਾਜ ਤੁਸੀਂ ਬੁਲਾਉਣੇ ਹੋ। ਫਿਰ ਕਹਿੰਦਾ ਜੀ ਤੁਸੀਂ ਸਭ ਜਾਣਦੇ ਹੋ, ਮੈਂ ਤੁਹਾਨੂੰ ਕੀ ਬੋਲਾਂ। ਆਹ ਸਾਰੀਆਂ ਗੱਲਾਂ ਜਿਹੜਾ ਅਵਲ ਤਵਲ ਬੋਲਣਾ ਨਾ, ਉਹ ਖਤਮ ਹੋ ਜਾਂਦਾ ਹੈ। ਐਸੀ ਬਾਣੀ ਜੀਵਨ ਦੇ ਵਿੱਚ ਭਗਤਾਂ ਦੀ ਰੱਬ ਨੂੰ ਨੇੜੇ ਲਿਆਉਂਦੀ ਹੈ, ਅਤੇ ਐਸਾ ਭਗਤ ਫਿਰ ਰੱਬ ਨੂੰ ਆਪਣੇ ਨੇੜੇ ਸਮਝ ਕੇ ਗਾਉਂਦਾ ਗਾਉਂਦਾ ਰੱਬ ਵਿੱਚ ਸਮਾ ਜਾਂਦਾ ਹੈ। ਇਹ ਜੀਵਨ ਦਾ ਤੱਤ ਹੈ। ਸੋ ਮਹਾਰਾਜ ਸਾਨੂੰ ਇਸ ਬਾਣੀ ਨੂੰ ਸਮਝਾਉਂਦੇ ਨੇ, ਸਾਡੇ ਮਨ ਨੂੰ, ਕਿ ਮੇਰੇ ਮਨਾ ਆਪਣੀ ਬਾਣੀ ਨੂੰ ਘੜ, ਆਪਣੇ ਬਾਣੀ ਨੂੰ ਰੱਬ ਦੀ ਬਾਣੀ ਦੇ ਨਾਲ ਸੁਣਦਿਆਂ ਸੁਣਦਿਆਂ ਤੇਰੀ ਬਾਣੀ ਘੜੀ ਜਾਣੀ ਹੈ, ਤੇਰੇ ਸ਼ਬਦ ਘੜੇ ਜਾਣੇ ਬੋਲਣ ਦੇ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸੋ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਮਾਲਕ ਨੇ ਜੋ ਕੁਛ ਸਾਨੂੰ ਬਣਾਇਆ ਨਾ ਸਰੀਰ ਦੇ ਨਾਲ, ਇਹ ਰੱਬ ਦਾ ਸਰੂਪ ਹੈ। ਕਹਿੰਦੇ ਇਹ ਜਿਨ ਕੰਨ ਕੀਤੇ ਅੱਖੀ ਨਾਕ, ਕੰਨ ਅੱਖ ਤੇ ਨੱਕ, ਪਹਿਲਾਂ ਇਹ ਤਿੰਨ ਗੱਲਾਂ ਸਮਝਣਾ। ਕੰਨਾਂ ਰਾਹੀਂ ਸੁਣਨਾ, ਅੱਖਾਂ ਰਾਹੀਂ ਦੇਖਣਾ, ਅਤੇ ਜਦੋਂ ਤੱਕ ਸਵਾਸ ਨੇ ਨੱਕ ਰਾਹੀਂ ਸਵਾਸ ਲੈਂਦੇ ਆ ਉਦੋਂ ਤੱਕ। ਸੋ ਜੀਵਨ ਵਿੱਚ ਇਹ ਤੱਤ ਸਰੂਪ ਮਹਾਰਾਜ ਰੱਬ ਨੇ ਬੰਨਿਆ। ਅਸੀਂ ਰੱਬ ਨੂੰ ਸੁਣਨਾ ਸੀ, ਅਤੇ ਰੱਬ ਨੂੰ ਆਪਾਂ ਨੇ ਅੱਖਾਂ ਰਾਹੀਂ ਸਭ ਦੇ ਵਿੱਚ ਵੇਖਣਾ ਸੀ। ਫਿਰ ਅਸੀਂ ਜਦੋਂ ਤੱਕ ਸਵਾਸ ਹਨ ਰੱਬ ਨੂੰ ਯਾਦ ਰੱਖਣਾ ਸੀ। ਸਾਡਾ ਮਨ ਕੰਨਾਂ ਰਾਹੀਂ ਨਿੰਦਿਆ ਸੁਣਦਾ ਹੈ, ਅੱਖਾਂ ਰਾਹੀਂ ਦੁਨੀਆ ਦਾ ਵਿਕਾਰ ਦੇਖਦਾ ਹੈ, ਦੂਜੇ ਨੂੰ ਵੇਖਦਾ, ਰੱਬ ਨੂੰ ਨਹੀਂ ਦੇਖਦਾ। ਇਸ ਕਿਸੇ ਵੀ ਸਰੀਰ ਵਿੱਚ, ਨਾ ਮਾਤਾ ਵਿੱਚ, ਨਾ ਪਿਤਾ ਵਿੱਚ, ਨਾ ਭਾਈਆਂ ਵਿੱਚ, ਨਾ ਭੈਣਾਂ ਵਿੱਚ, ਨਾ ਆਪਣੇ ਭਰਾਵਾਂ ਦੇ ਵਿੱਚ, ਜੀਵਨ ਵਿੱਚ ਨਾ ਮਿੱਤਰਾਂ ਦੇ ਵਿੱਚ, ਨਾ ਸਮਾਜ ਦੇ ਵਿੱਚ। ਜਦ ਕਿ ਸਾਨੂੰ ਜੋ ਦਿਸੈ ਸੋ ਤੇਰਾ ਰੂਪ, ਜੋ ਸਾਨੂੰ ਦੀਂਦਾ ਸੀ, ਰੱਬ ਦਾ ਰੂਪ ਨਜ਼ਰ ਆਉਣਾ ਚਾਹੀਦਾ ਸੀ। ਐਸਾ ਅੱਖਾਂ ਦੇਖਣੀਆਂ ਛੱਡ ਗਈਆਂ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਜਦੋਂ ਤੱਕ ਫਿਰ ਸਵਾਸ ਹੁੰਦਾ ਹੈ, ਫਿਰ ਤਪਦਾ ਅਤੇ ਖਪਦਾ ਅਤੇ ਜੀਵਨ ਬੇਕਾਰ ਹੋ ਜਾਂਦਾ ਹੈ। ਨਹੀਂ ਤਾਂ ਇਹ ਮਹਾਰਾਜ ਕਹਿੰਦੇ ਇੱਕ ਦਮ ਵੀ ਰੱਬ ਨਹੀਂ ਵਿਸਰਨਾ ਚਾਹੀਦਾ ਸੀ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸੋ ਇਹ ਸਾਰਾ ਜੀਵਨ ਬੇਕਾਰ ਹੋ ਜਾਂਦਾ ਹੈ। ਸੋ ਮਹਾਰਾਜ ਕਹਿੰਦੇ ਹਨ, ਜਿਨ ਜੇਵਾ ਦਿੱਤੀ ਬੋਲੇ ਤਾਤ। ਆਹ ਜਿਹੜੀ ਜੇਵਾ ਦਿੱਤੀ ਸੀ ਨਾ ਮਹਾਰਾਜ ਨੇ ਆਪਾਂ ਨੂੰ, ਇਹ ਤੱਤ ਦਾ ਗਿਆਨ ਰੱਬ ਜਦੋਂ ਅੰਦਰੋਂ ਬੁਲਾਉਂਦੇ ਨੇ ਉਸ ਨੂੰ ਬੋਲਣ ਵਾਸਤੇ ਦਿੱਤੀ ਸੀ। ਉਸ ਤੱਤ ਨੂੰ ਤਾਤ ਸ਼ਬਦ ਵਰਤਿਆ, ਕੰਨਾਂ ਲਾ ਕੇ ਬੋਲਿਆ ਕਿ ਘੱਟ ਬੈਠੇ ਰੱਬ ਨੂੰ ਜੀਵਨ 'ਚ ਬੋਲਦਾ ਦੇਖਣਾ ਇਸ ਜੇਬਾ ਵਿੱਚੋਂ। ਜਦੋਂ ਆਪਾਂ ਜੇਬਾ ਵਿੱਚੋਂ ਬੋਲਦੇ ਹਾਂ ਅਤੇ ਮਨ ਰੱਬ ਨੂੰ ਜਦੋਂ ਭੁਲਾ ਕੇ ਬੋਲਦਾ ਅਤੇ ਕਹਿੰਦਾ ਮੈਂ ਬੋਲਿਆ। ਫਿਰ ਜਦੋਂ ਉਹ ਤੱਤ ਸਮਝ ਆਉਂਦਾ ਕਿ ਰੱਬ ਅੰਦਰੋਂ ਬੁਲਾਉਂਦੇ ਨੇ ਤਾਂ ਆਪਾਂ ਬੋਲਦੇ ਹਾਂ। ਫਿਰ ਤਾਤ ਬੋਲਦਾ, ਕੰਨਾਂ ਲਾ ਕੇ ਬੋਲਦਾ ਕਿ ਮਾਲਕ ਤੈਂ ਬੁਲਾਇਆ ਸੀ ਤਾਂ ਮੈਂ ਬੋਲਿਆ। ਉਹਨੂੰ ਤਾਤ ਸ਼ਬਦ ਕਹਿੰਦੇ ਨੇ, ਤਾਤ। ਸੋ ਇਹ ਤੱਤ ਗਿਆਨ ਗੁਰਬਾਣੀ ਤੋਂ ਪਤਾ ਲੱਗਦਾ ਹੈ ਕਿ ਆਪਾਂ ਕਿਵੇਂ ਬੋਲਦੇ ਹਾਂ ਅਤੇ ਰੱਬ ਕਿਵੇਂ ਬੁਲਾਉਂਦਾ ਹੈ। ਅਤੇ ਜਿੱਥੇ ਰੱਬ ਸਾਨੂੰ ਬੁਲਾਉਂਦਾ ਉੱਥੇ ਕੰਨੇ ਲਾ ਕੇ ਸ਼ਬਦ ਸਾਡੇ ਮੂਹਰੇ ਮਹਾਰਾਜ ਸਾਨੂੰ ਸਮਝਾਉਂਦੇ ਨੇ। ਕਹਿੰਦੇ ਭਾਈ ਇਹ ਜੇਬਾ ਅਵਲ ਤਵਲ ਬੋਲਣ ਵਾਸਤੇ ਨਹੀਂ ਦਿੱਤੀ, ਇਹ ਜੇਬਾ ਤਾਤ ਦੀ ਗੱਲ ਬੋਲਣ ਵਾਸਤੇ ਦਿੱਤੀ ਹੈ। ਕਿ ਉਹਦਾ ਅਰਥ ਹੈ ਕਿ ਰੱਬ ਦੀ ਗੱਲ ਬੋਲਣ ਵਾਸਤੇ ਸੰਸਾਰ ਵਿੱਚ ਸਾਨੂੰ ਦਿੱਤੀ ਸੀ। ਅਸੀਂ ਇਹ ਸਾਰੇ ਪ੍ਰੋਸੈਸ ਨੂੰ ਭੁੱਲ ਗਏ, ਅਸੀਂ ਆਪਣੇ ਆਪ ਨੂੰ ਜਨਾਉਣ ਲੱਗ ਗਏ। ਅਸੀਂ ਫਿਰ ਰੱਬ ਦੀ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਰੱਬ ਦੀ ਬਾਣੀ ਸੁਣਨੋਂ ਹਟ ਗਏ। ਜਦੋਂ ਤੱਕ ਸੁਣਾਂਗੇ ਨਹੀਂ ਉਦੋਂ ਤੱਕ ਬੋਲ ਨਹੀਂ ਪਾਵਾਂਗੇ। ਜਿਹੜਾ ਬੰਦਾ ਡੰਮ ਹੁੰਦਾ ਨਾ, ਬੋਲ ਨਹੀਂ ਸਕਦਾ, ਉਹ ਡੈਫ ਹੁੰਦਾ ਹੈ। ਉਹਦਾ ਅਰਥ ਹੈ ਉਹਨੇ ਸੁਣਿਆ ਨਹੀਂ ਹੈ ਤਾਂ ਨਹੀਂ ਬੋਲ ਪਾ ਰਿਹਾ। ਸੋ ਜਿਹੜਾ ਬੰਦਾ ਡੈਫ ਹੋਏਗਾ ਉਹ ਡੰਮ ਵੀ ਹੋਏਗਾ। ਉਹਦਾ ਅਰਥ ਹੈ ਜਿਹੜਾ ਬੰਦਾ ਨਹੀਂ ਸੁਣਦਾ
ਉਹ ਬੰਦਾ ਬੋਲ ਨਹੀਂ ਪਾਉਂਦਾ। ਆਏ ਤਾਈਓ ਸਾਡਾ ਮਨ ਰੱਬ ਦੀ ਗੱਲ ਨੂੰ ਸੁਣਦਾ ਨਹੀਂ ਹੈ, ਬਾਣੀ ਨੂੰ ਸੁਣਦਾ ਨਹੀਂ ਹੈ, ਅਤੇ ਫਿਰ ਬਾਣੀ ਰੱਬ ਦੀ ਬੋਲ ਨਹੀਂ ਪਾਉਂਦਾ, ਕਿਉਂਕਿ ਉਹ ਸੁਣੀ ਨਹੀਂ ਹੈ। ਜੇ ਕਿਤੇ ਸੁਣੀ ਹੁੰਦੀ, ਕਹਿੰਦੇ ਭਾਈ ਇਹ ਤੱਤ ਗਿਆਨ ਗੁਰਬਾਣੀ ਦਾ ਸੁਣਿਆ ਹੁੰਦਾ ਮਨ ਨੇ, ਭੁੱਲ ਕੇ ਫਿਰ ਰੱਬ ਦੇ ਬੋਲ ਨੂੰ ਆਪਣਾ ਬੋਲ ਕਰਕੇ ਨਾ ਜਨਾਉਂਦਾ ਮਨ, ਰੱਬ ਦੇ ਬੋਲ ਨੂੰ ਕਹਿ ਪਾਉਂਦਾ ਇਹ ਰੱਬ ਹੀ ਬੁਲਾ ਰਿਹਾ ਤਾਂ ਮੈਂ ਬੋਲ ਰਿਹਾ। ਫਿਰ ਇੰਨਾ ਗਹਿਰਾਈ ਵਿੱਚ ਬੋਲਦਾ ਹੈ, ਫਿਰ ਇਹ ਰੱਬ ਹੀ ਬੋਲਦਾ ਹੈ, ਫਿਰ ਬੰਦਾ ਬੋਲਣੋਂ ਹਟ ਜਾਂਦਾ ਹੈ, ਬੰਦੇ ਦਾ ਮਨ ਬੋਲਣੋਂ ਹਟ ਜਾਂਦਾ ਰਸਨਾ ਰਾਹੀਂ। ਸੋ ਸੱਚੇ ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਵਿਚਾਰੋ। ਕਹਿੰਦੇ ਜਿਨ ਮਨ ਰਾਖਿਆ ਅਗਨੀ ਪਾਏ, ਜਿਸ ਮਨ ਨੂੰ ਮਾਤਾ ਦੇ ਉਦਰ ਦੇ ਵਿੱਚ ਵੀ ਕਹਿੰਦੇ ਭਾਈ ਸਰੀਰ ਦਿੱਤਾ ਹੈ, ਘਟ ਬੈਠੇ ਰੱਬ ਨੇ ਕਹਿੰਦੇ ਮਾਤਾ ਦੇ ਉਦਰ ਵਿੱਚ ਵੀ ਰੱਖਿਆ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਜੀਵਨ ਵਿੱਚ ਕਹਿੰਦੇ ਇਹ ਮਨ ਨੂੰ ਮਾਤਾ ਦੇ ਉਦਰ ਦੇ ਅਗਨ ਵਿੱਚ ਰੱਖਿਆ ਰੱਬ ਨੇ। ਕਹਿੰਦੇ ਭਾਈ ਜੀਵਨ ਵਿੱਚ ਇਹ ਜਿਸ ਵੇਲੇ ਸਾਨੂੰ ਜਨਮ ਹੋਇਆ, ਯਾਨੀ ਸਵਾਸ ਲੈਣ ਲੱਗਿਆ ਮਨ, ਇਹ ਤਾਂ ਆਖਣ ਲੱਗ ਗਿਆ, ਤਾਂ ਰੱਬ ਦੇ ਆਖੇ ਨੂੰ ਆਖਣ ਲੱਗਦਾ ਹੈ। ਧਿਆਨ ਰੱਖਣਾ। ਪਰ ਜੇ ਬਾਣੀ ਨੂੰ ਸੁਣਨਾ ਹਟ ਜੇ ਤੇ ਬੰਦਾ ਫਿਰ ਦੂਰ ਹੋ ਕੇ ਮਨ ਘਟ ਬੈਠੇ ਰੱਬ ਨੂੰ ਐਡਰੈਸ ਕਰਦਾ ਹੈ। ਜੇ ਰੋਜ਼ ਬਾਣੀ ਨੂੰ ਘਟ ਬੈਠੇ ਰੱਬ ਨੂੰ ਬਚਪਨ ਤੋਂ ਸੁਣਿਆ ਹੁੰਦਾ ਤੇ ਫਿਰ ਮਨ ਰੱਬ ਨੂੰ ਨੇੜੇ ਹੋ ਕੇ ਬੋਲਦਾ। ਆ ਜਿਹੜਾ ਬੋਲਣ ਦਾ ਜੋ ਸਾਡੀ ਦੂਰੀ ਹੈ ਜਾਂ ਨੇੜਤਾ ਹੈ, ਇਹ ਗੁਰਬਾਣੀ ਦੇ ਰਾਹੀਂ ਘਟ ਬੈਠੇ ਰੱਬ ਨੂੰ ਜੁੜਨ ਦਾ ਜਾਂ ਰੱਬ ਤੋਂ ਦੂਰ ਹੋਣ ਦੀ ਨਿਸ਼ਾਨੀ ਹੈ। ਧਿਆਨ ਰੱਖਣਾ। ਜਦੋਂ ਜੁੜਦਾ ਤੇ ਫਿਰ ਘਟ ਬੈਠੇ ਰੱਬ ਦੇ ਭਾਵ ਨੂੰ ਨੇੜੇ ਸਮਝ ਕੇ ਬੋਲਦਾ ਰਸਨਾ ਰਾਹੀਂ। ਜਦੋਂ ਰੱਬ ਤੋਂ ਦੂਰ ਹੁੰਦਾ ਹੈ ਤੇ ਫਿਰ ਇਹ ਰਸਨਾ ਰਾਹੀਂ ਰੱਬ ਨੂੰ ਦੂਰ ਸਮਝ ਕੇ ਬੋਲਣ ਲੱਗ ਜਾਂਦਾ ਹੈ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਹਨ ਜਿਨ ਮਨ ਰਾਖਿਆ ਅਗਨੀ ਪਾਏ, ਜਿਸ ਮਨ ਨੂੰ ਘਟ ਬੈਠੇ ਰੱਬ ਦੇ ਕਹਿੰਦੇ ਸਰੂਪ ਨੂੰ ਯਾਦ ਰੱਖਦਿਆਂ ਮਾਤਾ ਦੇ ਉਦਰ ਦੇ ਵਿੱਚ ਰੱਬ ਨੇ ਸਾਨੂੰ ਰੱਖਿਆ ਸੀ, ਤੇ ਭਾਈ ਉਸ ਰੱਬ ਨੂੰ ਸਾਡੇ ਮਨ ਨੂੰ ਯਾਦ ਰੱਖਣਾ ਚਾਹੀਦਾ ਹੈ। ਕਹਿੰਦੇ ਵਾਜੈ ਪਵਨ ਆਖੈ ਸਭ ਜਾਏ, ਜਿਸ ਵੇਲੇ ਸਾਡਾ ਸਵਾਸ ਚੱਲੇ, ਕਹਿੰਦੇ ਵਾਜੈ ਪਵਨ, ਜਿਸ ਵੇਲੇ ਪਵਨ ਵੱਜਣ ਲੱਗੀ, ਕਹਿੰਦੇ ਫਿਰ ਆਖਣ ਲੱਗ ਪਿਆ। ਕਹਿੰਦੇ ਭਾਈ ਕਦੇ ਜੀਵਨ ਵਿੱਚ ਇਸ ਤਰ੍ਹਾਂ ਰੱਬ ਨੂੰ ਨੇੜੇ ਸਮਝ ਕੇ ਸਾਡਾ ਮਨ ਬੋਲਦਾ ਤੇ ਫਿਰ ਆਖਣਾ ਸਿੱਖ ਜਾਂਦਾ। ਧਿਆਨ ਰੱਖਣਾ। ਆਖਣ ਦਾ ਅਰਥ ਹੈ ਕਿ ਮਨ ਫਿਰ ਰੱਬ ਨੂੰ ਅੱਖੀਂ ਵੇਖ ਕੇ ਕਹਿਣ ਲੱਗ ਜਾਂਦਾ। ਹਾਲੇ ਜੀਵਨ ਵਿੱਚ ਅਸੀਂ ਘਟ ਬੈਠੇ ਰੱਬ ਨੂੰ ਅੱਖੀਂ ਵੇਖ ਨਹੀਂ ਪਾ ਰਹੇ, ਮਨ ਦੇ ਅੱਖਾਂ ਰਾਹੀਂ ਦੇਖ ਨਹੀਂ ਪਾ ਰਹੇ। ਮਹਾਰਾਜ ਕਹਿੰਦੇ ਹਨ ਭਾਈ ਇਹ ਜੀਵਨ ਦੀ ਅਵਸਥਾ ਦੀ ਸਭ ਤੋਂ ਵੱਡੀ ਸਾਡੇ ਅੰਦਰ ਕਮਜ਼ੋਰੀ ਹੈ। ਸੋ ਮਹਾਰਾਜ ਉਸ ਕਮਜ਼ੋਰੀ ਨੂੰ ਸਮਝਾ ਰਹੇ ਨੇ। ਕਹਿੰਦੇ ਮਨ ਰੱਬ ਨੂੰ ਜਦੋਂ ਤੱਕ ਅੰਦਰੋਂ ਮਨ ਦੀ ਅੱਖ ਰਾਹੀਂ ਨਾ ਵੇਖੇ, ਇੰਨੀ ਅੱਖੀ ਨਜ਼ਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ, ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ ਫਿਰ ਇਹ ਅੱਖਾਂ ਰਾਹੀਂ, ਪਹਿਲਾਂ ਤਾਂ ਮਨ ਦੀ ਅੱਖ ਰਾਹੀਂ ਰੱਬ ਦਿਖਣਾ ਚਾਹੀਦਾ, ਫਿਰ ਬਾਹਰਲੀ ਅੱਖਾਂ ਰਾਹੀਂ ਰੱਬ ਦੂਜੇ ਵਿੱਚ ਦਿਖਣਾ ਚਾਹੀਦਾ। ਐਸੀ ਅਵਸਥਾ ਸਾਨੂੰ ਮਹਾਰਾਜ ਤਤ ਗਿਆਨ ਦੀ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ। ਮਨ ਘਟ ਬੈਠੇ ਰੱਬ ਤੋਂ ਜਦੋਂ ਟੁੱਟਦਾ ਹੈ ਤੇ ਫਿਰ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ। ਯਾਦ ਰੱਖ, ਜਦੋਂ ਮਨ ਘਟ ਬੈਠੇ ਰੱਬ ਨਾਲ ਜੁੜਿਆ ਰਹਿੰਦਾ ਤੇ ਮਾਇਆ ਦਾ ਮੋਹ ਫਿਰ ਵਿਆਪਦਾ ਨਹੀਂ ਹੈ। ਉਹਦਾ ਅਰਥ ਹੈ ਕਿ ਆ ਜਿਹੜਾ ਸਰੀਰ ਹੈ ਇਹ ਮਾਇਆ ਇੱਥੋਂ ਸ਼ੁਰੂ ਹੋ ਜਾਂਦੀ ਹੈ। ਇਹ ਸਰੀਰ ਮਾਇਆ ਦਾ ਪੁਤਲਾ। ਜਦੋਂ ਸਰੀਰ ਸਾਨੂੰ ਮਿਲਿਆ ਤੇ ਮਨ ਜੇ ਕਿਤੇ ਮਾਤਾ ਦੇ ਉਦਰ ਦੀ ਉਹ ਅਵਸਥਾ ਕਿਤੇ ਸਾਡੇ ਮਨ ਵਿੱਚ ਗਹਿਨ ਹੁੰਦੀ, ਸਰੀਰ ਲੈਣ ਦਿਆਂ ਜੀਵਨ ਵਿੱਚ ਸਵਾਸ ਲੈਣ ਵਾਸਤੇ ਜਿਸ ਵੇਲੇ ਜਨਮ ਲੈਂਦੇ ਹਾਂ ਆਪਾਂ, ਸਵਾਸ ਜਿਸ ਵੇਲੇ ਮਿਲਦਾ ਤੇ ਜਨਮ ਹੁੰਦਾ ਹੈ ਤੇ ਉਸ ਵੇਲੇ ਮਨ ਸਰੀਰ ਦੇ ਵਿੱਚ ਬੈਠੇ ਰੱਬ ਨਾਲ ਜੁੜਿਆ ਰਹਿੰਦਾ। ਜਦੋਂ ਮਨ ਰੱਬ ਦੇ ਭਾਵ ਤੋਂ ਟੁੱਟ ਜਾਂਦਾ ਹੈ, ਜਿਵੇਂ ਮਾਤਾ ਦੇ ਉਦਰ ਦੇ ਵਿੱਚ ਸੀ ਤੇ ਉੱਥੇ ਭਾਵ ਦੇ ਵਿੱਚ ਜੁੜਿਆ ਸੀ। ਕਹਿੰਦੇ ਜੇ ਮਾਇਆ ਦਾ ਮੋਹ ਇਹਦੇ ਮਨ ਦੇ ਉੱਤੇ ਵਿਆਪਤ ਹੋ ਜਾਏ, ਰੱਬ ਦਾ ਪਿਆਰ ਘਟ ਜਾਂਦਾ ਹੈ।
ਜੇ ਰੱਬ ਦਾ ਪਿਆਰ ਹੋਵੇ ਤੇ ਫਿਰ ਮਾਇਆ ਦਾ ਮੋਹ ਨਹੀਂ ਹੁੰਦਾ, ਯਾਨੀ ਸਰੀਰ ਦਾ ਮੋਹ ਨਾ ਹੁੰਦਾ ਮਨ ਨੂੰ, ਤੇ ਮਨ ਫਿਰ ਆਪਣੇ ਆਪ ਨੂੰ ਨਾ ਜਨਾਉਂਦਾ। ਜਿਵੇਂ ਸਰੀਰ ਮਿਲਦਾ ਫਿਰ ਮਨ ਆਪਣੇ ਆਪ ਨੂੰ ਜਨਾਉਣ ਲੱਗ ਜਾਂਦਾ। ਜਦੋਂ ਰੱਬ ਤੋਂ ਸਾਡਾ ਮਨ ਅੰਦਰੋਂ ਟੁੱਟ ਜਾਂਦਾ, ਜੈਸਾ ਮਾਤਾ ਦੇ ਉਦਰ ਦੇ ਵਿੱਚ ਸਾਡਾ ਜੀਵਨ ਮਨ ਦਾ ਸੀ, ਉਸ ਤਰ੍ਹਾਂ ਹੀ ਸਰੀਰ ਮਿਲਣ ਤੋਂ ਬਾਅਦ ਸਵਾਸ ਲੈਂਦਿਆਂ ਸਾਰ, ਜਨਮ ਲੈਂਦਿਆਂ ਸਾਰ ਜਿਸ ਵੇਲੇ ਸਵਾਸ ਆਉਣ ਲੱਗੇ, ਉਹੋ ਜਿਹਾ ਹੀ ਭਾਵ ਕਿਤੇ ਜੇ ਬਣਿਆ ਰਹਿੰਦਾ ਤੇ ਜੀਵਨ ਦੇ ਵਿੱਚ ਜਿਵੇਂ ਪ੍ਰਹਿਲਾਦ ਜੀ ਦਾ ਬਣਿਆ ਰਿਹਾ, ਜਿਵੇਂ ਨਾਨਕ ਪਾਤਸ਼ਾਹ ਜੀ ਦਾ ਬਣਿਆ ਰਿਹਾ, ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਬਚਪਨ 'ਚੋਂ ਬਣਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਚਪਨ ਤੋਂ ਬਣਿਆ ਹੋਇਆ ਸੀ। ਧਿਆਨ ਰੱਖ, ਆਏ ਸਾਡਾ ਮਨ ਜੁੜਿਆ ਰਹਿੰਦਾ, ਮੋਹ ਵਿੱਚ ਨਾ ਫਸਦਾ। ਸਰੀਰ ਮਿਲਣ ਤੋਂ ਬਾਅਦ ਵੀ ਘੱਟ ਬੈਠੇ ਰੱਬ ਦਾ ਪਿਆਰ ਬਣਿਆ ਰਹਿੰਦਾ। ਧਿਆਨ ਰੱਖਣਾ। ਸੋ ਜੀਵਨ ਵਿੱਚ ਮੋਹ ਬਹੁਤ ਜੀਵਨ ਵਿੱਚ ਦੁਖਦਾਈ ਹੈ, ਘੱਟ ਬੈਠੇ ਰੱਬ ਤੋਂ ਟੁੱਟਣ ਦੀ ਨਿਸ਼ਾਨੀ ਹੈ। ਧਿਆਨ ਰੱਖਣਾ। ਤਾਈਓ ਮਹਾਰਾਜ ਕਹਿੰਦੇ ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ। ਜਦੋਂ ਰੱਬ ਤੇਰੇ ਅੰਦਰੋਂ ਤੇ ਸਭ ਦੇ ਵਿੱਚ ਵਾਸਤਾ ਤੇਰੇ ਤੋਂ ਵਿਸਰ ਜਾਂਦਾ ਹੈ ਨਾ, ਤੇਰੇ ਸਾਰੇ ਗੁਣ ਗਲ ਜਾਂਦੇ ਨੇ। ਐ ਮੇਰੇ ਮਨਾ ਧਿਆਨ ਰੱਖ। ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ, ਜਿੰਨਾ ਸਾਡਾ ਮੋਹ ਦੇ ਨਾਲ ਪ੍ਰੀਤੀ ਅਤੇ ਸਵਾਦਾਂ ਦੇ ਨਾਲ ਪ੍ਰੀਤੀ ਜੁੜਦੀ ਹੈ, ਉਹਨਾਂ ਘੱਟ ਬੈਠੇ ਰੱਬ ਤੋਂ ਮਨ ਟੁੱਟ ਜਾਂਦਾ ਹੈ। ਧਿਆਨ ਰੱਖ। ਹਰੇਕ ਚੀਜ਼ ਦੇ ਵਿੱਚ ਰੱਬ ਦਾ ਸਵਾਦ ਆਉਣਾ ਚਾਹੀਦਾ ਸੀ, ਉਹ ਸਵਾਦ ਖਤਮ ਹੋ ਜਾਂਦਾ ਹੈ, ਪਦਾਰਥਾਂ ਦਾ ਸਵਾਦ ਆਉਣ ਲੱਗ ਜਾਂਦਾ ਹੈ। ਸੋ ਮਹਾਰਾਜ ਕਹਿੰਦੇ ਸੱਬਾ ਕਾਲਖ ਦਾਗਾ ਦਾਗ, ਸਭ ਕੁਛ ਫਿਰ ਜੀਵਨ ਦਾ ਕਹਿੰਦੇ ਭਾਈ ਕਾਲਖ ਬਣ ਜਾਂਦੀ ਹੈ, ਸਵਾਹ ਬਣ ਜਾਂਦੀ ਹੈ। ਕਹਿੰਦੇ ਸਾਰੇ ਦਾਗ ਲੱਗਣ ਲੱਗ ਜਾਂਦੇ ਜੀਵਨ ਦੇ ਮਨ ਨੂੰ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਸਾਰਾ ਜੀਵਨ ਬੇਕਾਰ ਹੋ ਜਾਂਦਾ ਹੈ। ਕਹਿੰਦੇ ਦਾਗ ਦੋਸ਼ ਮੋਹ ਚੱਲਿਆ ਲਾਏ, ਕਹਿੰਦੇ ਜਿਉਂ-ਜਿਉਂ ਫਿਰ ਜੀਵਨ 'ਚ ਚੱਲਦਾ ਹੈ, ਕਹਿੰਦੇ ਦੋਸ਼ ਜਿਹੜਾ ਹੈ ਦਾਗ ਦਾ, ਕਹਿੰਦੇ ਮੋਹ ਦੇ ਦੁਆਰਾ ਜਿਹੜਾ ਵਿਆਪਿਆ ਹੈ ਮਨ ਨੂੰ, ਕਹਿੰਦੇ ਆਏ ਜੀਵਨ ਚੱਲਦਾ ਚੱਲਦਾ ਹੋਰ ਮੋਹ ਵਿੱਚ ਫਸਦਾ ਘੱਟ ਬੈਠੇ ਰੱਬ ਤੋਂ ਦੂਰ ਹੁੰਦਾ ਆਪਣੇ ਆਪ ਨੂੰ ਜਨਾਉਂਦਾ ਅਤੇ ਇਸ ਮੋਹ ਵਿੱਚ ਫਸ ਜਾਂਦਾ ਹੈ। ਸੰਸਾਰ ਦੇ ਮੋਹ 'ਚ ਫਸ ਜਾਂਦਾ ਹੈ। ਆਪਣੇ ਪਤੀ ਪਤਨੀ ਮਾਤਾ ਪਿਤਾ ਇਹ ਮੋਹ ਹੈ, ਇਹਨਾਂ ਬੱਚਿਆਂ ਦੇ ਮੋਹ ਵਿੱਚ ਫਸ ਜਾਂਦਾ ਹੈ। ਧਿਆਨ ਰੱਖ। ਸੋ ਸੰਸਾਰ ਦੇ ਮੋਹ ਵਿੱਚ ਫਸ ਜਾਂਦਾ ਹੈ, ਕਿਉਂਕਿ ਸਰੀਰ ਨਾਲ ਪਿਆਰ ਹੋਣ ਲੱਗ ਜਾਂਦਾ ਹੈ। ਮਨ ਨੂੰ ਘੱਟ ਬੈਠੇ ਰੱਬ ਦਾ ਪਿਆਰ ਮਨ ਦੇ ਵਿੱਚ ਵਿਆਪਦਾ ਨਹੀਂ ਹੈ, ਆਉਂਦਾ ਹੀ ਨਹੀਂ ਹੈ, ਖਿਆਲ ਹੀ ਨਹੀਂ ਆਉਂਦਾ। ਸੋ ਸੱਚੇ ਪਾਤਸ਼ਾਹ ਕਹਿੰਦੇ ਦਰਗਾਹ ਬੈਸਣ ਨਾਹੀ ਜਾਏ, ਐਸਾ ਫਿਰ ਰੱਬ ਦੇ ਦਰਗਾਹ ਦੇ ਵਿੱਚ ਇਹਨੂੰ ਫਿਰ ਠਿਕਾਣਾ ਨਹੀਂ ਮਿਲਦਾ, ਉੱਥੇ ਨਹੀਂ ਬੈਠ ਸਕਦਾ। ਉਹ ਰੱਬ ਦੇ ਘਰ ਵਿੱਚ ਨਹੀਂ ਟਿਕਦਾ, ਨਾ ਅੰਦਰ ਟਿਕਦਾ ਅਤੇ ਨਾ ਦੂਜੇ ਦੇ ਵਸਦੇ ਹੋਏ ਰੱਬ ਦੇ ਨਾਲ ਸਾਡਾ ਮਨ ਕਹਿੰਦੇ ਭਾਈ ਉਤਸ਼ਾਹਿਤ ਹੁੰਦਾ ਹੈ। ਆਪਣਾ ਮਨ ਆਪਣੇ ਸਰੀਰ ਦੇ ਨਾਲ ਜੁੜਿਆ ਰਹਿੰਦਾ ਹੈ, ਫਿਰ ਦੂਜਿਆਂ ਦੇ ਸਰੀਰਾਂ ਦੇ ਨਾਲ ਜੁੜ ਕੇ ਜੀਵਨ ਵਿੱਚ ਰੱਬ ਦੇ ਦਰ ਤੋਂ ਦੂਰ ਹੋ ਜਾਂਦਾ ਹੈ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਹਨ ਭਾਈ ਇਹ ਹੁਣ ਬੇਨਤੀ ਅਖੀਰਲੀ ਪੰਕਤੀ ਵਿੱਚ ਦੇਖੋ ਕਿਵੇਂ ਕਰ ਰਹੇ ਨੇ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ। ਕਿ ਸੰਸਾਰ ਦੇ ਵਿੱਚ ਜਦੋਂ ਆਪਾਂ ਨੂੰ ਸਰੀਰ ਮਿਲਿਆ, ਪਹਿਲਾਂ ਤਾਂ ਘੱਟ ਬੈਠੇ ਰੱਬ ਤੋਂ ਟੁੱਟ ਜਾਂਦਾ ਹੈ ਮਨ, ਫਿਰ ਮੋਹ ਵਿੱਚ ਫਸ ਜਾਂਦਾ ਹੈ ਸਰੀਰ ਦੇ, ਫਿਰ ਸਰੀਰਾਂ ਦੇ ਮੋਹ ਵਿੱਚ ਫਸ ਜਾਂਦਾ ਹੈ ਨਾ, ਮਾਤਾ ਪਿਤਾ ਦੇ, ਭੈਣ ਭਾਈਆਂ ਦੇ, ਪਤੀ ਪਤਨੀ ਦੇ, ਫਿਰ ਬੱਚਿਆਂ ਦੇ, ਫਿਰ ਸੰਸਾਰ ਦੇ, ਉਹਨਾਂ ਦੇ ਸਰੀਰਾਂ ਦੇ ਮੋਹ ਵਿੱਚ ਫਸ ਜਾਂਦਾ ਹੈ। ਜੇ ਕਿਤੇ ਪਹਿਲਾਂ ਆਪਣਾ ਮਨ ਉਸ ਅਵਸਥਾ ਵਿੱਚ ਜਿਵੇਂ ਮਾਤਾ ਦੇ ਉਦਰ ਦੇ ਵਿੱਚ ਸੀ, ਉਸ ਤਰ੍ਹਾਂ ਹੀ ਕਿਤੇ ਟਿਕਿਆ ਰਹਿੰਦਾ ਹੈ। ਸਾਡਾ ਮਨ ਆਪਣੇ ਫਿਰ ਸਰੀਰ ਨਾਲ ਦੇ ਮੋਹ ਵਿੱਚ ਨਾ ਫਸਦਾ, ਫਿਰ ਦੂਜਿਆਂ ਦੇ ਸਰੀਰਾਂ ਦੇ ਮੋਹ ਨਾਲ ਨਾ ਫਸਦਾ, ਆਪਣੇ ਵਿੱਚ ਰੱਬ ਨੂੰ ਦੇਖਦਾ, ਹਰ ਇੱਕ ਸਰੀਰ ਵਿੱਚ ਰੱਬ ਨੂੰ ਦੇਖਦਾ। ਮਾਤ ਪਿਤਾ ਸਾਕ ਅਗਲੇ ਤਿਸ ਬਿਨਾ ਨਹੀਂ ਕੋਈ, ਰੱਬ ਤੋਂ ਬਿਨਾ ਕੋਈ ਦੂਜੇ ਨਹੀਂ ਹਨ। ਧਿਆਨ ਰੱਖਣਾ। ਐਸੀ ਅਵਸਥਾ ਸਾਡੇ ਬਚਪਨ ਤੋਂ ਹੀ ਮਨ ਰੱਬ ਤੋਂ ਟੁੱਟਣ ਕਾਰਨ ਇਹ ਸਾਰੀ ਵਿਆਪਦੀ ਹੈ। ਘੱਟ ਬੈਠੇ ਰੱਬ ਦੀ ਬਾਣੀ ਤੋਂ ਟੁੱਟਣ ਕਾਰਨ ਘੱਟ ਬੈਠੇ ਰੱਬ ਦਾ ਹੁਕਮ ਨਹੀਂ ਸੁਣਦਾ, ਫਿਰ ਘੱਟ ਬੈਠੇ ਰੱਬ ਦੀ ਰਜਾ ਵਿੱਚ ਚੱਲਣ ਦਾ ਗੱਲ ਤਾਂ ਬਹੁਤ ਦੂਰ ਦੀ ਰਹਿ ਜਾਂਦੀ ਹੈ। ਸੋ ਘੱਟ ਬੈਠੇ ਰੱਬ ਦੇ ਹੁਕਮ ਨਾਲ ਜੁੜਨਾ, ਉਹਦੇ ਵਿੱਚ ਚੱਲਣਾ, ਇਹ ਸਾਨੂੰ ਮਹਾਰਾਜ ਨੇ ਜਪਜੀ ਸਾਹਿਬ ਤੋਂ ਸ਼ੁਰੂ ਕੀਤਾ ਅਤੇ ਸਾਰੀ ਗੁਰਬਾਣੀ ਇਸ ਦੇ ਆਧਾਰ 'ਤੇ ਟਿਕੀ ਹੋਈ ਹੈ।
ਤਾਈਓ ਮਹਾਰਾਜ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤਾਂ ਜਾ ਕੇ ਜੀਵਨ ਦਾ ਕੁੜਿਆਰਪਨ ਮਨ ਦਾ ਖਤਮ ਹੁੰਦਾ ਹੈ, ਤਾਂ ਸਚਿਆਰਾ ਹੁੰਦਾ ਹੈ। ਫਿਰ ਪਤਾ ਲੱਗਦਾ ਹੈ ਸਚਿਆਰਾ ਰੱਬ ਆਪ ਹੀ ਹੈ, ਆਪਾਂ ਨਹੀਂ ਹਾਂ। ਧਿਆਨ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ। ਐਸਾ ਰੱਬ ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਹੜਾ ਇਸ ਅੰਜਨ ਨੂੰ ਬਣਾਉਣ ਵਾਲਾ, ਸਰੀਰ ਨੂੰ ਬਣਾਉਣ ਵਾਲਾ ਨਿਰਾਕਾਰ ਸਰੂਪ ਆਪਣੇ ਅੰਦਰ ਹੈ, ਉਸ ਨਿਰਾਕਾਰ ਨਾਲ ਮਨ ਫਿਰ ਜੁੜਿਆ ਰਹਿੰਦਾ ਹੈ। ਸੋ ਸੱਚੇ ਪਾਤਸ਼ਾਹ ਇੱਥੇ ਫਰਮਾਨ ਕਰਦੇ ਹਨ ਕਿ ਕਰਮ ਕਰਦਿਆਂ ਹੋਇਆਂ ਰੱਬ ਦਾ ਕਰਮ ਪ੍ਰਾਪਤ ਹੋ ਜਾਏ। ਕਰਮ ਕਰਦਿਆਂ ਹੋਇਆਂ ਰੱਬ ਦੇ ਵਿੱਚ ਰੱਤ ਕੇ ਜੇ ਕਰਮ ਕਰਦਾ ਹੁੰਦਾ ਮਨ, ਤੇ ਫਿਰ ਮਨ ਜੀਵਨ ਦੇ ਵਿੱਚ ਭੁੱਲ ਕੇ ਨਾ ਕਹਿੰਦਾ ਮੈਂ ਕੀਤਾ, ਫਿਰ ਕਹਿ ਸਕਦਾ ਕਿ ਕਹਿਣ ਜੋਕਰਾ ਹੁੰਦਾ ਕਿ ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਐਸੀ ਅਵਸਥਾ ਮਨ ਨੂੰ ਕਰਮ ਦੇ ਦੁਆਰਾ ਪ੍ਰਤੀਤੀ ਆਉਂਦੀ ਹੈ, ਸਮਝ ਆਉਂਦੀ ਹੈ ਕਿ ਕਰਮ ਰੱਬ ਦਾ ਹੈ, ਮੇਰਾ ਨਹੀਂ। ਜਿੱਥੇ ਮਨ ਕਹਿ ਦੇਗਾ ਮੈਂ ਕੀਤਾ, ਉੱਥੇ ਫਿਰ ਆਵਾਗਮਨ ਦਾ ਸ਼ੁਰੂ ਹੋ ਜਾਣਾ। ਫਿਰ ਉਦੋਂ ਤੱਕ ਰੱਬ ਇਹਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ, ਜਦੋਂ ਤੱਕ ਮਨ ਦਾ ਇਹ ਭਾਵ ਘਟ ਬੈਠੇ ਰੱਬ ਵਿੱਚ ਨਾ ਜੁੜੇ, ਉਦੋਂ ਤੱਕ ਫਿਰ ਮਨ ਜਨਮਦਾ ਅਤੇ ਮਰਦਾ ਰਹਿੰਦਾ ਹੈ। ਸੋ ਸੱਚੇ ਪਾਤਸ਼ਾਹ ਤਾਈਓ ਕਹਿੰਦੇ ਨੇ ਜਬ ਲਗ ਜਾਣੇ ਮੁਝ ਤੇ ਕੱਛ ਹੋਏ, ਤਬ ਇਸਕੋ ਸੁਖ ਨਾਹੀ ਕੋਏ। ਜਬ ਇਹ ਜਾਣੇ ਮੈਂ ਕੁਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਸੋ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਕਰਮ ਜਿਸ ਵੇਲੇ ਸਾਨੂੰ ਕੋਈ ਪ੍ਰਾਪਤ ਹੋਵੇ, ਕੋਈ ਵੀ ਕਰਮ ਕਰਦੇ ਹੋਈਏ ਮਨ ਕਹਿ ਸਕੇ ਮਾਲਕ ਤੁਸੀਂ ਕਰਾ ਰਹੇ ਹੋ, ਇਹ ਤੁਹਾਡਾ ਕੀਤਾ ਹੋਇਆ। ਕਹਿੰਦੇ ਜਿਸ ਵੇਲੇ ਕਰਮ ਆਪਾਂ ਨੂੰ ਪ੍ਰਾਪਤ ਹੋਵੇ ਤੇ ਆਖਣ ਨੂੰ, ਯਾਨੀ ਮਨ ਅੱਖੀਂ ਕਰਕੇ ਵੇਖੇ ਰੱਬ ਨੂੰ ਤੇ ਫਿਰ ਕਹੇ, ਉਹਨੂੰ ਆਖਣਾ ਕਹਿੰਦੇ ਨੇ। ਕਹਿੰਦੇ ਭਾਈ ਮਨ ਦੀ ਅੱਖਾਂ ਰਾਹੀਂ ਵੇਖੇ ਕਿ ਰੱਬ ਹੀ ਕਰਾ ਰਹੇ, ਮੈਂ ਨਹੀਂ ਕਰ ਰਿਹਾ। ਕਹਿੰਦੇ ਭਾਵੇਂ ਫਿਰ ਤਾਂ ਕਿ ਜਾ ਕੇ ਬੰਦਾ ਨਿਰਾਕਾਰ ਦੀ ਉਸਤਤ ਕਰਦਾ ਹੈ, ਨਹੀਂ ਤਾਂ ਆਪਣੀ ਆਪ ਦੀ ਉਸਤਤ ਕਰਦਿਆਂ ਬੰਦਾ ਤਪਦਾ ਖਪਦਾ ਜੀਵਨ ਬੇਕਾਰ ਹੋ ਜਾਂਦਾ ਹੈ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਕਰਮ ਮਿਲੈ ਆਖਣ ਤੇਰਾ ਨਾਉ। ਨਾਉ ਦਾ ਅਰਥ ਹੈ ਨਿਰਾਕਾਰ ਦਾ ਧਿਆਨ ਆ ਜਾਏ ਉਸਤਤ ਕਰਦਿਆਂ। ਫਿਰ ਬੰਦਾ ਆਪਣੀ ਉਸਤਤ ਨਹੀਂ ਕਰਦਾ, ਨਿਰਾਕਾਰ ਦੀ ਉਸਤਤ ਕਰਨ ਜੋਕਰਾ ਹੁੰਦਾ। ਜਦੋਂ ਵੀ ਕੋਈ ਕਰਮ ਕਰੋ, ਕਰਮ ਕਰਦਿਆਂ ਹੋਇਆਂ ਮਨ ਫਿਰ ਆਪਣੀ ਉਸਤਤ ਨਹੀਂ ਕਰਦਾ, ਰੱਬ ਦੀ ਉਸਤਤ ਕਰਦਾ। ਜੇ ਲੋਕ ਵੀ ਸਾਡੀ ਉਸਤਤ ਕਰਨ ਤੇ ਸਾਡਾ ਮਨ ਕਹਿੰਦਾ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਮੇਰੇ ਮਾਲਕ ਤੇਰੀ ਬਖਸ਼ਿਸ਼ ਹੋ ਰਹੀ ਹੈ। ਐਸੀ ਮਨ ਦੀ ਅਵਸਥਾ ਦ੍ਰਿੜ ਹੁੰਦੀ ਹੈ। ਕਹਿੰਦੇ ਜਿਤ ਲਗ ਤਰਨਾ ਹੋਰ ਨਹੀਂ ਥਾਂ। ਕਹਿੰਦੇ ਐਸਾ ਸਿਸਟਮ ਦੇ ਨਾਲ ਮਨ ਘਟ ਬੈਠੇ ਰੱਬ ਨਾਲ ਗੁਰਬਾਣੀ ਰਾਹੀਂ ਜੁੜਦਾ ਮਾਲਕ ਨਾਲ ਜੁੜਦਾ ਹੈ। ਜੀ ਤੋਂ ਟੁੱਟ ਜਾਂਦਾ ਹੈ ਮਨ, ਭੁਲੇਖੇ ਵਿੱਚ ਰੱਬ ਨੂੰ ਦੂਰ ਸਮਝਦਾ ਹੈ। ਕਹਿੰਦੇ ਫਿਰ ਮਨ ਆਪਣੇ ਆਪ ਨੂੰ ਜਨਾਉਣ ਲੱਗ ਜਾਂਦਾ ਹੈ, ਮੋਹ ਵਿੱਚ ਫਸ ਜਾਂਦਾ ਹੈ। ਫਿਰ ਜੀਵਨ ਦੇ ਵਿੱਚ ਇਹਦਾ ਆਵਾਗਮਨ ਫਿਰ ਬਹੁਤ ਦੁਖਦਾਈ ਹੁੰਦਾ ਹੈ, ਆਉਂਦਾ ਜਾਂਦਾ ਰਹਿੰਦਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਸ ਅਵਸਥਾ ਨਾਲ ਘਟ ਬੈਠੇ ਰੱਬ ਨਾਲ ਲੱਗਣ ਨਾਲ ਹੀ, ਬਾਣੀ ਨਾਲ ਲੱਗਣ ਨਾਲ ਹੀ, ਕਰਮ ਕਰਦਿਆਂ ਹੋਇਆ ਰੱਬ ਦਾ ਕੀਤਾ ਹੈ ਕਹਿਣ ਨਾਲ ਹੀ ਇਹ ਜਗਤ ਤੋਂ ਤਰਿਆ ਜਾਂਦਾ ਹੈ, ਨਹੀਂ ਤਾਂ ਹੋਰ ਕੋਈ ਤਰਨ ਦਾ ਰਾਸਤਾ ਨਹੀਂ ਹੈ। ਕਹਿੰਦੇ ਜੇ ਕੋ ਡੁੱਬੈ ਫਿਰ ਹੋਵੈ ਸਾਰ। ਜਿਹੜਾ ਵੀ ਐਸਾ ਮਨ ਆਪਣਾ ਘਟ ਬੈਠੇ ਰੱਬ ਦੇ ਭਾਵ ਦੇ ਵਿੱਚ ਡੁੱਬ ਜਾਂਦਾ ਹੈ, ਯਾਨੀ ਗਹਿਰਾਈ ਵਿੱਚ ਚਲਾ ਜਾਂਦਾ ਹੈ, ਤਾਂ ਜਾਣੋ ਜੀਵਨ ਦੀ ਸਾਰ ਸਾਡੇ ਜੀਵਨ ਨੂੰ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਨਹੀਂ ਪ੍ਰਾਪਤ ਹੁੰਦੀ। ਨਾਨਕ ਸਾਚਾ ਸਰਬ ਦਾਤਾਰ। ਹੁਣ ਇੱਥੇ ਕੰਨਾਂ ਲਾ ਕੇ ਸਾਚਾ ਸ਼ਬਦ ਬੋਲਦੇ ਹੈ। ਜੇ ਕੰਨਾਂ ਨਾ ਹੁੰਦਾ ਸੀ ਕਹਿੰਦੇ ਸੱਚਾ, ਹੈ ਨਾ। ਹੁਣ ਅਸੀਂ ਕੰਨਾਂ ਲਾ ਕੇ ਬੋਲ ਰਹੇ ਤੇ ਸਾਚਾ। ਕਹਿੰਦੇ ਉਹ ਜਿਹੜਾ ਮਾਲਕ ਸੱਚ ਹੈ ਨਾ, ਜਿਹੜਾ ਆਪਣੇ ਵਿੱਚ ਵਸਦਾ ਹੈ, ਕਹਿੰਦੇ ਉਹ ਸਾਨੂੰ ਜੀਵਨ ਵਿੱਚ ਕਹਿੰਦੇ ਭਾਈ ਪ੍ਰਾਪਤ ਹੁੰਦਾ ਹੈ। ਅਤੇ ਕੰਨਾਂ ਲਾ ਕੇ ਅਵਸਥਾ ਦੀ ਸੋਝੀ ਆਉਂਦੀ ਹੈ ਮਨ ਨੂੰ ਕਿ ਉਹ ਰੱਬ ਹੀ ਆਪ ਸੱਚਾ ਹੈ। ਧਿਆਨ ਰੱਖਣਾ, ਜਿਹਨੂੰ ਆਪਾਂ ਸੱਚ ਕਹਿੰਦੇ ਸੀ ਹੁਣ ਮਹਿਸੂਸ ਹੋਇਆ ਕਿ ਉਹੀ ਸੱਚਾ ਹੈ ਨਾ। ਉਹਨੂੰ ਜਿਹਨੂੰ ਆਪਾਂ ਜਪ ਰਹੇ ਸੀ ਫਿਰ ਪਤਾ ਲੱਗਦਾ ਕਿ ਉਹੀ ਆਪ ਹੀ ਜਪਾ ਰਿਹਾ। ਕੰਨਾਂ ਲਾ ਕੇ ਫਿਰ ਉੱਥੇ ਜਾਪ ਬਣ ਜਾਂਦਾ। ਇਸ ਤਰ੍ਹਾਂ ਹੀ ਸੱਚਾ ਸਾਚਾ ਬਣ ਜਾਂਦਾ ਹੈ। ਕਹਿੰਦੇ ਭਾਈ ਫਿਰ ਪਤਾ ਲੱਗਦਾ ਕਿ ਐਸਾ ਸਾਚਾ ਇਹ ਸਰਬ ਦਾ ਦਾਤਾਰ ਹੈ, ਸਾਰਿਆਂ ਦਾ ਇਹੀ ਦਾਤਾਰ ਹੈ, ਸਭ ਨੂੰ ਦਾਤ ਦਿੰਦਾ ਹੈ ਅਤੇ ਸਭ ਨੂੰ ਤਾਰ ਲੈਂਦਾ ਹੈ। ਐਸੀ ਜੀਵਨ ਦੀ ਅਵਸਥਾ ਸਭ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਫਿਰ ਕੋਈ ਇੱਕ ਵੀ ਬੰਦਾ ਹੈ ਭੁੱਲ ਕੇ ਨਹੀਂ ਕਹਿੰਦਾ, ਨਾ ਮਾਂ ਕਹਿ ਸਕਦੀ ਹੈ ਮੈਂ ਦਿੱਤਾ ਬੱਚਿਆਂ ਨੂੰ ਜਾਂ ਕਿਸੇ ਨੂੰ, ਜਾਂ ਨਾ ਪਿਤਾ ਕਹਿ ਸਕਦਾ ਮੈਂ ਦਿੱਤਾ ਬੱਚਿਆਂ ਨੂੰ ਜਾਂ ਹੋਰ ਕਿਸੇ ਨੂੰ, ਹੈ ਨਾ। ਪਤੀ ਪਤਨੀ ਇੱਕ ਆਪਸ ਵਿੱਚ ਵੀ ਜਿਸ ਵੇਲੇ ਇੱਕ ਦੂਜੇ ਨੂੰ ਕੋਈ ਵੀ ਜਾਚ ਦਿੰਦੇ ਨੇ, ਕੋਈ ਵੀ ਵਸਤੂ ਦਿੰਦੇ ਨੇ,
ਫਿਰ ਕਹਿੰਦੇ ਰੱਬ ਜੀ ਆਪ ਹੀ ਦਵਾ ਰਹੇ ਨੇ, ਰੱਬ ਦੀ ਕਿਰਪਾ ਹੋ ਰਹੀ। ਜਦੋਂ ਬੱਚਿਆਂ ਨੂੰ ਦਿੰਦੇ ਆ ਫਿਰ ਬੱਚਿਆਂ ਦੇ ਮਨ ਨੂੰ ਕਹਿੰਦਾ, ਬੱਚਿਆਂ ਨੂੰ ਦਿੰਦੇ ਹਾਂ ਕਹਿੰਦਾ ਮਨ ਮਾਤਾ ਪਿਤਾ ਦਾ ਕਿ ਮਾਲਕ ਕਿ ਤੂੰ ਦਵਾ ਰਿਹਾ ਤਾਂ ਮੈਂ ਦੇ ਪਾ ਰਿਹਾ। ਫਿਰ ਬੱਚਿਆਂ ਨੂੰ ਵੀ ਦੱਸਦਾ ਹੈ ਕਿ ਰੱਬ ਨੇ ਦਵਾਇਆ ਤਾਂ ਮੈਂ ਦਿੱਤਾ ਬੇਟਾ, ਜੇ ਰੱਬ ਨਾ ਦਿੰਦੇ ਮੈਂ ਤੁਹਾਨੂੰ ਕਿੱਥੋਂ ਦੇ ਸਕਦਾ। ਐਸੀ ਅਵਸਥਾ ਸਭ ਦੇ ਵਿੱਚ ਦਾਤੇ ਦੀ ਪ੍ਰਾਪਤ ਹੁੰਦੀ ਹੈ। ਤਾਂ ਹੀ ਪਤਾ ਲੱਗਦਾ ਹੈ ਕਿ ਭਾਈ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦਾ ਟੋਟ ਨਾ ਆਵੇ ਗੰਤ ਭਰੇ ਭੰਡਾਰ। ਤਾਂ ਹੀ ਪਤਾ ਲੱਗਦਾ ਹੈ ਇਸ ਬਾਣੀ ਦੇ ਦੱਸੇ ਹੋਏ, ਕਹਿੰਦੇ ਭਾਈ ਬਾਣੀ ਨੂੰ ਅਸੀਂ ਗੁਰੂ ਕਹਾਂਗੇ, ਇਸ ਦੱਸੇ ਹੋਏ ਸੋਝੀ ਨੂੰ ਅਸੀਂ ਗੁਰ ਕਹਾਂਗੇ। ਇਸ ਅੱਗੇ ਬੇਨਤੀ ਕਰਦੇ ਰਹਿਣਾ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸੋ ਬਾਣੀ ਦੇ ਨੇੜੇ ਆਉਣ ਦਾ ਮਤਲਬ ਹੀ ਇਹ ਹੈ ਕਿ ਬਾਣੀ ਤੋਂ ਸੋਝੀ ਲੈਣੀ। ਬਾਣੀ ਨੂੰ ਗੁਰੂ ਮੰਨਣ ਦਾ ਮਤਲਬ ਹੀ ਇਹ ਹੈ ਕਿ ਕੋਈ ਇੱਕ ਬੰਦੇ ਵਿੱਚੋਂ ਨਹੀਂ, ਸਭ ਦੇ ਬੰਦਿਆਂ ਵਿੱਚੋਂ ਇੱਕੋ ਹੀ ਰੱਬ ਬੋਲਦਾ ਹੈ, ਐਸਾ ਹੀ ਗੁਰੂ ਨੂੰ ਅਪਣਾਉਣਾ। ਕਹਿੰਦੇ ਭਾਈ ਇਹ ਲੋਕ ਵੱਖਰੇ ਵੱਖਰੇ ਬੰਦਿਆਂ ਨੂੰ ਗੁਰੂ ਮੰਨ ਲੈਂਦੇ ਨੇ। ਮਹਾਰਾਜ ਕਹਿੰਦੇ ਭਾਈ ਵਕਤੇ ਵੱਖਰੇ ਬੰਦਿਆਂ ਵਿੱਚੋਂ ਇੱਕ ਰੱਬ ਦੀ ਬਾਣੀ ਜੋ ਸੋਝੀ ਦਿੰਦੀ ਹੈ ਉਸ ਨੂੰ ਗੁਰੂ ਮੰਨਣਾ, ਧਿਆਨ ਰੱਖਣਾ। ਐਸੀ ਅਵਸਥਾ ਸਿੱਖ ਨੂੰ ਦਸੇ ਪਾਤਸ਼ਾਹੀਆਂ ਨੇ ਨਾਨਕ ਪਾਤਸ਼ਾਹ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹ ਬਾਣੀ ਗੁਰੂ ਦੀ ਅਵਸਥਾ ਸਮਝਾਈ, ਜਿਹਦੇ ਵਿੱਚ ਭਗਤਾਂ ਦੀ ਵੀ ਬਾਣੀ ਪਾਈ, ਫਿਰ ਭੱਟਾਂ ਦੀ ਵੀ ਬਾਣੀ ਪਾਈ, ਫਿਰ ਸਿੱਖਾਂ ਦੀ ਵੀ ਬਾਣੀ ਪਾਈ, ਤਾਂ ਕਿ ਲੋਕਾਂ ਨੂੰ ਸਮਝਾਵੇ ਇਹ ਚਾਰ ਅਵਸਥਾਵਾਂ ਨੇ। ਨਾਨਕ ਪਾਤਸ਼ਾਹ ਤੋਂ ਲੈ ਕੇ ਕਹਿੰਦੇ ਦਸੇ ਪਾਤਸ਼ਾਹੀਆਂ ਤੱਕ ਇੱਕ ਅਵਸਥਾ ਕਿ ਦੇਖੋ ਇਹਨਾਂ ਨੇ ਇੱਕ ਪ੍ਰਣਾਲੀ ਚਲਾਈ ਕਿ ਬਾਣੀ ਗੁਰੂ ਹੈ। ਇਹਨਾਂ ਨੇ ਆਪਣੇ ਆਪ ਨੂੰ ਨਹੀਂ ਜਨਾਇਆ, ਇਹਨਾਂ ਨੇ ਫਿਰ ਇਹ ਕਿਹਾ ਕਿ ਮੇਰੀ ਬਾਣੀ ਹੀ ਨਹੀਂ, ਸਾਡੀ ਹੀ ਬਾਣੀ ਨਹੀਂ, ਭਗਤਾਂ ਦੇ ਵਿੱਚੋਂ ਵੀ ਜਿਹੜੀ ਬਾਣੀ ਆ ਰਹੀ ਹੈ ਉਹ ਵੀ ਰੱਬ ਦੀ ਬਾਣੀ ਹੈ। ਫਿਰ ਦਸੇ ਪਾਤਸ਼ਾਹੀਆਂ ਦੇ ਸਰੂਪ ਦੇ ਵਿੱਚੋਂ ਕਹਿੰਦੇ ਭਾਈ ਇਸ ਬਾਣੀ ਦਾ ਸਰੂਪ ਬਣਿਆ ਹੈ, ਧਿਆਨ ਰੱਖਣਾ। ਕਹਿੰਦੇ ਭਾਈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸੇ ਪਾਤਸ਼ਾਹੀਆਂ ਨੇ ਇਹ ਸਾਰੇ ਬਾਣੀ ਦੇ ਸਰੂਪ ਨੂੰ ਹੀ ਬੰਨਿਆ। ਕਿਸੇ ਨੇ ਆਪਣੀ ਆਪ ਫੋਟੋਆਂ ਨਹੀਂ ਵੰਡੀਆਂ, ਕਿਸੇ ਨੂੰ ਆਪਣੇ ਫੋਟੋਆਂ ਨਾਲ ਮਹਾਰਾਜ ਨੇ ਨਹੀਂ ਜੋੜਿਆ, ਸਭ ਨੂੰ ਬਾਣੀ ਨਾਲ ਜੋੜਿਆ। ਅਤੇ ਕਹਿੰਦੇ ਭਾਈ ਇਸ ਬਾਣੀ ਨੂੰ ਸੁਣਨ ਵਾਸਤੇ ਆਪਣਾ ਜੀਵਨ ਮਿਲਿਆ। ਸੋ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਸੋ ਮਹਾਰਾਜ ਨਾਨਕ ਪਾਤਸ਼ਾਹ ਇੱਥੋਂ ਸ਼ੁਰੂ ਕਰਦੇ ਨੇ, ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਸੋ ਐਸੀ ਬਾਣੀ ਨਾਲ ਕਹਿੰਦੇ ਭਾਈ ਪਹਿਲਾਂ ਦਸੇ ਪਾਤਸ਼ਾਹੀਆਂ ਜੁੜੀਆਂ, ਫਿਰ ਉਹਨਾਂ ਨੇ ਭਗਤਾਂ ਦੀ ਬਾਣੀ ਪੂਰੀ ਦਰਜ ਕੀਤੀ, ਦਰਜ ਕਰਕੇ ਫਿਰ ਉਸ ਰੱਬ ਦੀ ਬਾਣੀ ਨਾਲ ਫਿਰ ਜੁੜੇ ਰਹੇ। ਚਾਹੇ ਕਿਸੇ ਵਿੱਚੋਂ ਕਿਸੇ ਭਾਸ਼ਾ ਦੀ ਬਾਣੀ ਰੱਬ ਦੀ ਆਈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਲਿਪੀ ਗੁਰਮੁਖੀ ਹੈ ਜੋ ਨਾਨਕ ਸੱਚੇ ਪਾਤਸ਼ਾਹ ਨੇ ਆਸਾ ਪੱਟੀ ਰਾਗ ਦੇ ਵਿੱਚ 432 ਅੰਗ ਦੇ ਵਿੱਚ ਮਹਾਰਾਜ ਨੇ ਆਪ ਲਿਪੀ ਬਣਾਈ ਹੈ ਨਾਨਕ ਪਾਤਸ਼ਾਹ ਨੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਰੱਬ ਹਰ ਭਾਸ਼ਾ ਵਿੱਚ, ਹਰ ਬਾਣੀ ਦੇ ਭਾਵ ਦੇ ਵਿੱਚ, ਹਰ ਇਲਾਕੇ ਦੇ ਬੰਦਿਆਂ ਵਿੱਚੋਂ ਇੱਕ ਰੱਬ ਬੋਲੇ। ਧਿਆਨ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਫਿਰ ਜਿਹੜੇ ਸਿੱਖ ਸੀ, ਜਿਹੜੇ ਮਹਾਰਾਜ ਨੇ ਸਿਖਾਇਆ, ਕਹਿੰਦੇ ਉਹਨਾਂ ਸਿੱਖਾਂ ਨੇ ਵੀ ਐਸੀ ਗੱਲ ਸਿੱਖੀ। ਧਿਆਨ ਰੱਖਣਾ ਜਿਵੇਂ ਸੱਤਾ ਜੀ ਅਤੇ ਬਲਵੰਤ ਜੀ, ਧਿਆਨ ਰੱਖਣਾ ਬਾਬਾ ਸੁੰਦਰ ਜੀ, ਫਿਰ ਮਰਦਾਨਾ ਜੀ, ਇਹ ਚਾਰ ਸਿੱਖਾਂ ਦੀ ਵੀ ਬਾਣੀ ਹੈ। ਫਿਰ ਮਹਾਰਾਜ ਨੇ ਫਿਰ ਅਖੀਰਲਾ ਉਦਾਹਰਨ ਦਿੱਤਾ ਹੈ, ਜਦੋਂ ਕਿਸੇ ਦੀ ਵੀ ਉਸਤਤ ਕਰਨੀ ਹੈ, ਜਿਵੇਂ ਭੱਟਾਂ ਨੇ ਉਸਤਤ ਕੀਤੀ ਹੈ, ਕਹਿੰਦੇ ਸਭ ਦੇ ਸਰੀਰਾਂ ਵਿੱਚੋਂ ਇੱਕ ਰੱਬ ਨੂੰ ਜਾਣ ਕੇ ਰੱਬ ਦੀ ਬਾਣੀ ਦੀ ਉਸਤਤ ਮਹਾਰਾਜ ਦੇ ਕਹਿੰਦੇ ਭਾਈ ਸਰੂਪ ਨੂੰ ਸਾਹਮਣੇ ਰੱਖਦੇ ਹਾਂ ਦਸੇ ਪਾਤਸ਼ਾਹੀਆਂ ਦੇ। ਧਿਆਨ ਰੱਖਣਾ ਆਏ ਸਿੱਖ ਨੇ ਮਹਾਰਾਜ ਦੀ ਉਸਤਤ ਕਰਨੀ। ਭੱਟਾਂ ਨੇ ਪੰਚਮ ਪਾਤਸ਼ਾਹ ਦੇ ਮੂਹਰੇ ਹੁੰਦਿਆਂ ਹੋਇਆ, ਧਿਆਨ ਰੱਖਣਾ ਜਿਸ ਵੇਲੇ ਜਿਹੜੇ ਉਸਤਤ ਕੀਤੀ ਭੱਟਾਂ ਦੇ ਸਵਈਏ ਨੇ, ਉਹਨਾਂ ਨੇ ਰੱਬ ਦੀ ਉਸਤਤ ਉਹਨਾਂ ਪਾਤਸ਼ਾਹੀਆਂ ਦੇ ਵਿੱਚੋਂ ਕੀਤੀ। ਧਿਆਨ ਰੱਖਣਾ ਆਏ ਸਿੱਖਾਂ ਨੇ ਦਸੇ ਪਾਤਸ਼ਾਹੀਆਂ ਦੀ ਉਸਤਤ ਕਰਨੀ ਹੈ, ਆਏ ਸਿੱਖਾਂ ਨੇ ਭਗਤਾਂ ਦੀ ਉਸਤਤ ਕਰਨੀ ਹੈ, ਆਏ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਹਰ ਬੰਦੇ ਦੀ ਮਾਤਾ ਪਿਤਾ ਭੈਣ ਭਾਈ ਸਾਕ ਸੰਬੰਧੀ ਸਭ ਦੇ ਵਿੱਚੋਂ ਇੱਕ ਰੱਬ ਦੀ ਉਸਤਤ ਕਰਨੀ। ਬੰਦਿਆਂ ਦੀ ਉਸਤਤ ਨਹੀਂ ਕਰਨੀ, ਸਰੀਰਾਂ ਦੀ ਉਸਤਤ ਨਹੀਂ ਕਰਨੀ। ਇਹ ਜਾਂਚ ਮਹਾਰਾਜ ਨੇ ਇਹ ਚਾਰ ਸਰੂਪਾਂ ਰਾਹੀਂ ਦੱਸੀ। ਦਸੇ ਪਾਤਸ਼ਾਹੀਆਂ ਦੇ ਸਰੂਪ, ਫਿਰ ਭਗਤਾਂ ਦੇ ਸਰੂਪ, ਫਿਰ ਸਿੱਖਾਂ ਦੇ ਸਰੂਪ, ਫਿਰ ਭੱਟਾਂ ਦੇ ਸਰੂਪ। ਧਿਆਨ ਇਹਨਾਂ ਵਿੱਚੋਂ ਇੱਕ ਰੱਬ ਦੀ ਬਾਣੀ ਕਿਵੇਂ ਬੋਲਣੀ ਹੈ, ਕਿਵੇਂ ਸਰੀਰਾਂ ਦੇ ਵਿੱਚ ਰੱਬ ਵਸਦਾ ਹੈ, ਉਸ ਰੱਬ ਦੀ ਉਸਤਤ ਸਰੀਰਾਂ ਦੇ ਰਾਹੀਂ ਕਰਨੀ। ਧਿਆਨ ਰੱਖਣਾ ਉਹ ਜਾਂਚ ਸਿਖਾਈ ਹੈ, ਬਹੁਤ ਨਿਵੇਕਲੀ ਕਲਾ ਹੈ। ਧਿਆਨ ਰੱਖਣਾ
ਸੋ ਸਿੱਖ ਜੋ ਗੁਰੂ ਜੀ ਦੀ ਬਾਣੀ ਤੋਂ ਸਿੱਖਦਾ ਹੈ, ਸੋ ਐਸਾ ਇਸ ਸੰਸਾਰ ਨੂੰ ਤਾਰਨ ਵਾਸਤੇ, ਸੰਸਾਰ ਦੇ ਹਰ ਜੀਵ ਨੂੰ ਤਾਰਨ ਵਾਸਤੇ ਰੱਬ ਨੇ, ਘੱਟ ਬੈਠੇ ਰੱਬ ਨੇ ਇਹ ਬਾਣੀ ਭੇਜੀ ਹੈ, ਜਿਹਨੂੰ ਆਪਾਂ ਕਹਿੰਦੇ ਆ ਧੁਰ ਕੀ ਬਾਣੀ ਆਈ ਤਿਨ ਸਗੜੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਿਖਾਣਾ। ਉਹ ਸਾਚ ਜੋ ਸੱਚੇ ਦਾ ਹੈ ਰੱਬ ਨੇ ਆਪ ਵਿਖਾਣੇ ਹੈ। ਸੋ ਐਸੀ ਕਿਰਪਾ ਬਾਣੀ ਰਾਹੀਂ ਸਾਨੂੰ ਸਿੱਖ ਨੂੰ ਪ੍ਰਾਪਤ ਹੁੰਦੀ ਹੈ। ਸੋ ਮਹਾਰਾਜ ਸਾਨੂੰ ਬਾਣੀ ਨਾਲ ਜੋੜ ਕੇ ਰੱਖਣ, ਸਾਡਾ ਜੀਵਨ ਤਪਣ ਤੇ ਖਪਣ ਤੇ ਵਿਕਾਰ ਹੋਣ ਤੋਂ ਬਚੇ। ਸੋ ਗੁਰੂ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰਨ। ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਬੇਅਦਬੀਆਂ, ਤਰੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ ਬੱਚਾ ਸਮਝ ਕੇ ਮਾफ़ ਕਰਨਾ ਸੰਗਤ ਅਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਫਤਿਹ ਦਾ ਵਾਜਾ